ਵਿਅਕਤੀਆਂ ਨਾਲ ਪਰਿਵਾਰ ਬਣਦਾ ਹੈ, ਪਰਿਵਾਰ ਨਾਲ ਸਮਾਜ ਅਤੇ ਸਮਾਜ ਤੋਂ ਬਣਦਾ ਹੈ ਦੇਸ਼। ਅਤੇ ਇਹਨਾਂ ਦੇ ਨਿਰਮਾਣ ਵਿੱਚ ਹਰੇਕ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਫਿਰ ਚਾਹੇ ਅਸੀਂ ਗੱਲ ਸ਼ਹਿਰਾਂ ਦੀ ਕਰੀਏ ਜਾਂ ਫਿਰ ਪਿੰਡਾਂ ਦੀ। ਨਮਸਕਾਰ, ਪਦਮ ਪੁਰਸਕਾਰ ਪ੍ਰਾਪਤ ਸ਼ਖਸੀਅਤਾਂ ਦੀ ਇਸ ਖਾਸ ਲੜੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਹਾਡੇ ਨਾਲ ਮੈਂ ਹਾਂ ਮਮਤਾ ਚੋਪੜਾ। ਮੇਰੇ ਪਿੱਛੇ ਤੁਸੀਂ ਜੋ ਦੇਖ ਰਹੇ ਹੋ ਇਹ ਚਬੂਤਰਾ ਹੈ ਅਤੇ ਜਦੋਂ ਤੁਸੀਂ ਪਿੰਡੂ ਮਾਹੌਲ 'ਚ ਜਾਂਦੇ ਹੋ ਤਾਂ ਤੁਸੀਂ ਦੇਖਦੇ ਹੋ ਇਸ ਤਰ੍ਹਾਂ ਦੇ ਚਬੂਤਰੇ। ਤਾਂ ਕਹਿ ਸਕਦੇ ਹਾਂ ਕਿ ਪਿੰਡੂ ਸੱਭਿਆਚਾਰ ਦੇ ਕੇਂਦਰ ਹੁੰਦੇ ਨੇ ਇਹ ਚਬੂਤਰੇ, ਜਿਸ ਨਾਲ ਪਿੰਡੂ ਸੱਭਿਆਚਾਰ ਪੋਸ਼ਿਤ ਹੁੰਦਾ ਹੈ ਅਤੇ ਵੱਧਦਾ ਫੁੱਲਦਾ ਹੈ। ਲੋਕ ਇਕੱਠੇ ਹੁੰਦੇ ਨੇ, ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ ਨਾਲ ਦੇ ਨਾਲ ਲੋਕ ਕਲਾਵਾਂ ਨੂੰ ਵੀ ਇੱਥੇ ਹੱਲਾਸ਼ੇਰੀ ਮਿਲਦੀ ਹੈ। ਅੱਜ ਦੀ ਇਸ ਕੜੀ 'ਚ ਇਸ ਤਰ੍ਹਾਂ ਦੀਆਂ ਹੀ ਲੋਕ ਕਲਾਵਾਂ ਨੂੰ ਸਮਰਪਿਤ ਸ਼ਖਸੀਅਤਾਂ ਦੀ ਕਰਾਂਗੇ ਅਸੀਂ ਗੱਲ। ਆਓ ਕਰਦੇ ਹਾਂ ਸਿਲਸਿਲੇ ਦੀ ਸ਼ੁਰੂਆਤ। ਇਹ ਹੈ ਮਹਾਰਾਸ਼ਟਰ ਦਾ ਮਸ਼ਹੂਰ ਲਾਵਨੀ ਨ੍ਰਿਤ, ਜਿਸ ਨੂੰ ਲਾਵਨੀ ਗੀਤਾ ਤੇ ਕੀਤਾ ਜਾਂਦਾ ਹੈ। ਹਰ ਸੂਬੇ ਦਾ ਇਹ ਆਪਣਾ ਲੋਕ ਸੱਭਿਆਚਾਰ ਬੇਹੱਦ ਖੁਸ਼ਹਾਲ ਤੇ ਬੇਹੱਦ ਖੂਬਸੂਰਤ ਹੁੰਦਾ ਹੈ, ਪਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀ ਲੋਕ ਕਲਾਵਾਂ ਨੇ ਜਿਹੜੀਆਂ ਸਾਡੇ ਸਾਹਮਣੇ ਇੰਨੀਆਂ ਪ੍ਰਸਿੱਧ ਨਹੀਂ ਨੇ, ਪਰ ਸਥਾਨਕ ਪੱਧਰ ਤੇ ਬਹੁਤ ਮਸ਼ਹੂਰ ਹੁੰਦੀਆਂ ਨੇ। ਜਿਸ ਤਰ੍ਹਾਂ ਛੱਤੀਸਗੜ੍ਹ ਦੀ ਪੰਡਵਾਨੀ ਅਤੇ ਊਸ਼ਾ ਬਾਰਲੇ ਵਰਗੀਆਂ ਲੋਕ ਗਾਇਕਾਵਾਂ। ਇਸ ਤਰ੍ਹਾਂ ਦੀਆਂ ਲੋਕ ਕਲਾਵਾਂ ਯਾਨੀ ਪੰਡਵਾਨੀ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪ੍ਰਸਿੱਧੀ ਦਿਵਾ ਰਹੇ ਹੈ ਅਤੇ ਇਸੇ ਲਈ ਤਾਂ ਪਾ ਰਹੇ ਹੈ ਪਦਮ ਸ਼੍ਰੀ ਦਾ ਸਨਮਾਨ। मदना मना मोहनय भैया का मदना मना मोहनय मदना मना मोहनय जोड़ी मदना। पंडवानी यानी पांडव बानी मतलब पांडव कथा। मामा सगुनी कहे दुर्योधन राजा होकर के आप सोचते हो। छत्तीसगढ़ ਦੀ ਇੱਕੋ ਇੱਕ ਨਾਟ ਕਲਾ। ਇਸ ਕਲਾ ਸ਼ੈਲੀ 'ਚ ਲੋਕ ਗੀਤਾਂ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਉਣ ਵਾਲੀ ਛੱਤੀਸਗੜ੍ਹ ਦੇ ਭਿਲਾਈ ਦੀ ਰਹਿਣ ਵਾਲੀ ਗਾਇਕਾ ਊਸ਼ਾ ਬਾਰਲੇ ਦੀ ਕਲਾ ਸਮਰੱਥਾ ਦੇ ਪ੍ਰਤੀ ਸਨਮਾਨ ਹੈ ਪਦਮ ਸ਼੍ਰੀ ਪੁਰਸਕਾਰ। काला बदाम तोला काला तोला मोतिया गादिर मादारा। ਸਿਰਫ 7 ਸਾਲ ਦੀ ਉਮਰ ਤੋਂ ਹੀ ਪੰਡਵਾਨੀ ਦੀਆਂ ਕਥਾਵਾਂ ਦੇ ਵਿੱਚ ਆਪਣਾ ਬਚਪਨ ਜਿਉਣ ਵਾਲੀ ਊਸ਼ਾ ਬਾਰਲੇ ਲਗਭਗ 45 ਸਾਲਾਂ ਤੋਂ ਪੰਡਵਾਨੀ ਗਾਇਨ 'ਚ ਲੱਗੀ ਹੋਈ ਹੈ। ਨਾ ਸਿਰਫ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਬਲਕਿ ਬ੍ਰਿਟੇਨ, ਅਮਰੀਕਾ ਸਣੇ 12 ਤੋਂ ਵੱਧ ਦੇਸ਼ਾਂ ਵਿੱਚ ਆਪਣੀ ਗਾਇਕੀ ਦੇ ਮਾਧਿਅਮ ਰਾਹੀਂ ਪੰਡਵਾਨੀ ਸ਼ੈਲੀ ਦੇ ਰੰਗ ਫੈਲਾ ਚੁੱਕੀ ਹੈ। महाभारत की जो कहानी पात्र है, छोटे छोटे तो कहानी को हम लोग अपने सुर संगीत में पिरो के स्वर से गा रहे हैं, तो पांडव की कथा है करके उसको पंडवानी कह दिए। ਸੰਘਰਸ਼ ਅਤੇ ਗਰੀਬੀ ਨੂੰ ਝੇਲਦਿਆਂ ਹੋਇਆਂ ਵੀ ਊਸ਼ਾ ਬਾਰਲੇ ਨੇ ਕਲਾ ਦਾ ਸਾਥ ਨਹੀਂ ਛੱਡਿਆ। ਪਿਤਾ ਉਹਨਾਂ ਨੂੰ ਕਲਾਕਾਰ ਨਹੀਂ ਬਣਾਉਣਾ ਚਾਹੁੰਦੇ ਸਨ। ਉਹਨਾਂ ਨੂੰ ਰੋਕਣ ਲਈ ਖੂਹ ਵਿੱਚ ਵੀ ਸੁੱਟ ਦਿੱਤਾ, ਪਰ ਉਹਨਾਂ ਨੇ ਹਾਰ ਨਹੀਂ ਮੰਨੀ। 8 ਸਾਲਾਂ ਦੀ ਉਮਰ ਤੋਂ ਹੀ ਵੱਡੇ ਮੰਚ ਤੇ ਪ੍ਰੋਗਰਾਮ ਪੇਸ਼ ਕਰਨ ਲੱਗੀ। ਪੰਡਵਾਨੀ ਤੋਂ ਇਲਾਵਾ ਅਨੇਕਾਂ ਲੋਕ ਕਲਾਵਾਂ ਵਿੱਚ ਮਹਾਰਤ ਹਾਸਲ ਗਿਰੋਧਪੁਰੀ ਧਾਮ ਵਿੱਚ 6 ਵਾਰ ਸੋਨ ਤਮਗਿਆਂ ਨਾਲ ਸਨਮਾਨਿਤ ਹੋਏ। ਮਿੰਨੀ ਮਾਤਾ ਸਨਮਾਨ, ਮੀਆਂ ਸਨਮਾਨ, ਚੱਕਰਧਰ ਸਨਮਾਨ, ਮਾਲਵਾ ਸਨਮਾਨ ਸਣੇ करीब 2000 ਤੋਂ ਵੱਧ ਸਨਮਾਨ ਹਾਸਲ ਕਰ ਚੁੱਕੇ ਨੇ। मोर पिताजी कलाकारी से नाचत रही से, तो मोर पिताजी ला बहुत तकलीफ मिले कलाकारी में, तो मोर बेटी कलाकार बने करके ना मोर पिताजी के मन नहीं रही से, नहीं माने पिताजी के बात नहीं माने। मोर पिताजी गुस्सा होकर कुआं में डाल दिस। ओकर बाद जो पाड़ा पड़ोस के मन देखी तो फिर कुआं से निकाली, निकाले के बाद फिर मोर पिताजी ला 2-4 शब्दों में गाली दिस, डांटिस, अरे आप ऐसे क्यों कर रहे हो भाई। ਛੱਤੀਸਗੜ੍ਹ ਦੀ ਪ੍ਰਧਾਨ ਅਤੇ ਦੇਵਰ ਜਾਤੀਆਂ ਦਾ ਗਾਇਨ ਵਿਰਸਾ ਹੈ ਪੰਡਵਾਨੀ, ਜਿਸ ਨੂੰ ਕਦੇ ਵੀ ਕਿਧਰੇ ਵੀ ਆਯੋਜਿਤ ਕਰ ਸਕਦੇ ਨੇ। ਕਦੀ-ਕਦੀ ਕਈ ਰਾਤਾਂ ਤੱਕ ਪੰਡਵਾਨੀ ਲਗਾਤਾਰ ਚੱਲਦੀ ਰਹਿੰਦੀ ਹੈ। ਪੰਡਵਾਨੀ ਗਾਇਕ ਤੰਬੂਰੇ ਨੂੰ ਹੱਥ ਵਿੱਚ ਲੈ ਕੇ ਕਹਾਣੀ ਪੇਸ਼ ਕਰਦੇ ਨੇ। ਤੰਬੂਰਾ ਕਦੀ ਭੀਮ ਦੀ ਗਦਾ ਤੇ ਕਦੀ ਅਰਜੁਨ ਦਾ ਧਨੁਸ਼ ਬਣ ਜਾਂਦਾ ਹੈ ਅਤੇ ਰੋਚਕ ਪ੍ਰਸ਼ਨਾਂ ਰਾਹੀਂ ਅੱਗੇ ਵਧਾਇਆ ਜਾਂਦਾ ਹੈ। अब शिष्य को पद्मश्री मिला तो गुरु को कैसा लगता है, खुशी आती है। कम से कम उसको पद्मश्री के उपाधि मिली गई और वो भी आगे बढ़े। मेरे पास में पंडवानी सीखने आती थी, वो बेचारी गरीबी थी, वो केला बेचते थे और मेरे पास में
मेरे ऑफिस में सीखने आती थी तो उसको दिल से सिखाती रही। आज वो सीख के पद्मश्री हो गई। ਇਸ ਲੋਕ ਕਲਾ ਦੇ ਨਾਲ-ਨਾਲ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਇਹ ਪਲਸ ਪੋਲੀਓ ਵਰਗੇ ਮੁੱਦਿਆਂ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਵੀ ਫੈਲਾ ਰਹੀ ਹੈ। ਊਸ਼ਾ ਬਾਰਲੇ ਪੰਡਵਾਨੀ ਲੋਕ ਕਲਾ ਦੀ ਸੰਭਾਲ ਅਤੇ ਪ੍ਰੋਤਸਾਹਨ ਲਈ ਲੋਕ ਗਾਇਕਾ ਊਸ਼ਾ ਬਾਰਲੇ ਨੂੰ ਪਦਮ ਸ਼੍ਰੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਇਹ ਖੂਬਸੂਰਤ ਢੋਲ ਵਜਾਉਂਦੇ ਨਾਚ ਕਰਦੀਆਂ ਕਲਾਕ੍ਰਿਤੀਆਂ ਇਹ ਛੱਤੀਸਗੜ੍ਹ ਦਾ ਬਸਤਰ ਆਰਟ ਹੈ। ਬਹੁਤ ਮਸ਼ਹੂਰ ਨੇ ਇਸ ਤਰ੍ਹਾਂ ਦੀਆਂ ਲੋਹੇ ਨਾਲ ਬਣਾਈਆਂ ਗਈਆਂ ਕਲਾਕ੍ਰਿਤੀਆਂ ਅਤੇ ਇਸ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਨੂੰ ਜੇ ਤੁਸੀਂ ਦੇਖਦੇ ਹੋ ਤਾਂ ਪੁਰਸ਼ ਮਿਲ ਕੇ ਨਾਚ ਕਰ ਰਹੇ ਨੇ। ਤਾਂ ਇਹ ਦਿਖਾਉਂਦਾ ਹੈ ਕਿ ਕਿਸ ਤਰ੍ਹਾਂ ਨਾਲ ਲੋਕ ਸੱਭਿਆਚਾਰ ਮਿਲ ਕੇ ਕੰਮ ਕਰਨਾ, ਮਿਲ ਕੇ ਮਨੋਰੰਜਨ ਕਰਨਾ ਇਹ ਭਾਵਨਾ ਬਹੁਤ ਮਹੱਤਵਪੂਰਨ ਹੈ ਅਤੇ ਇਸੇ ਭਾਵਨਾ ਨੂੰ ਦਿਖਾ ਰਹੇ ਨੇ ਮੋਆ ਸੁਬੋਂਗ। ਨਾਗਾਲੈਂਡ ਦੇ ਨੇ। ਨਾਗਾਲੈਂਡ 'ਚ ਜਿਹੜਾ ਉੱਥੋਂ ਦਾ ਸੱਭਿਆਚਾਰ ਹੈ ਸਮੇਂ ਦੇ ਨਾਲ ਲੋਕ ਕਥਾਵਾਂ, ਲੋਕ ਸੱਭਿਆਚਾਰ ਆਲੋਪ ਨਾ ਹੋ ਜਾਏ। ਉਹਨਾਂ ਨੇ ਇਸ ਨੂੰ ਗੀਤਾਂ ਦੇ ਮਾਧਿਅਮ ਨਾਲ ਅੱਜ ਦੇ ਨੌਜਵਾਨਾਂ ਤੱਕ ਪਹੁੰਚਾਉਣ ਦਾ ਬੀੜਾ ਚੁੱਕ ਲਿਆ ਹੈ ਅਤੇ ਨਾਲ ਹੀ ਬਣਾ ਦਿੱਤਾ ਹੈ ਖੂਬਸੂਰਤ ਵਾਦ ਯੰਤਰ ਬਮਹਮ। ਕੌਣ ਹੈ ਮੋਆ ਸੁਬੋਂਗ? ਆਓ ਤੁਹਾਨੂੰ ਦੱਸੀਏ। ਆਧੁਨਿਕ ਧੁਨ ਅਤੇ ਲੋਕ ਧੁਨਾਂ ਦਾ ਸੰਗਮ। ਇਹ ਹੈ ਨਾਗਾਲੈਂਡ ਦੇ ਦੀਮਾਪੁਰ ਦੇ ਮੋਆ ਸੁਬੋਂਗ ਦਾ ਬੈਂਡ ਐਬੀਓ ਜੁਨੈਸਿਸ, ਜਿਸ ਵਿੱਚ ਹੋਰ ਯੰਤਰਾਂ ਨਾਲ ਵਜਾਇਆ ਜਾ ਰਿਹਾ ਹੈ ਬਮਹਮ, ਇੱਕ ਨਵਾਂ ਯੰਤਰ। ਜਿਸ ਨੂੰ ਇਜਾਦ ਕੀਤਾ ਹੈ ਮੋਆ ਸੁਬੋਂਗ ਨੇ, ਜਿਸ ਲਈ ਉਹਨਾਂ ਨੂੰ ਰਾਸ਼ਟਰੀ ਪੁਰਸਕਾਰ ਵੀ ਮਿਲ ਚੁੱਕਿਆ ਹੈ। ਇੱਕ ਵੱਡੀ ਬੰਸਰੀ ਵਰਗਾ ਦਿਖਣ ਵਾਲਾ ਬਮਹਮ ਦੋ ਸ਼ਬਦਾਂ ਬਾਂਸ ਅਤੇ ਹਮਿੰਗ ਨਾਲ ਬਣਿਆ ਹੈ, ਜਿਸ ਨੂੰ ਮੋਆ ਸੁਬੋਂਗ ਦੁਨੀਆ ਦਾ ਸਭ ਤੋਂ ਸਰਲ ਯੰਤਰ ਮੰਨਦੇ ਨੇ। ਬਹੁਪੱਖੀ ਪ੍ਰਤਿਭਾ ਦੇ ਧਨੀ ਸੁਬੋਂਗ ਨੇ ਨਾਗਾ ਲੋਕ ਧੁਨ ਅਤੇ ਆਧੁਨਿਕ ਧੁਨ ਦਾ ਇੱਕ ਮਿਲਿਆ ਜੁਲਿਆ ਰੂਪ, ਸੰਗੀਤ ਦੀ ਨਵੀਂ ਸ਼ੈਲੀ ਹੋਵੇ ਅਤੇ ਟਿਕਸਿਕ ਵਾਦ ਯੰਤਰ ਦੀ ਵੀ ਖੋਜ ਕੀਤੀ ਹੈ। This is the bamham, which I invented. It looks like a flute, but it is not a flute. Necessity is the mother of all invention. Likewise, when my wife Arunla, she was appointed as guru to teach folk theatre and music. We were looking for various traditional instruments. Most of the musical instruments couldn't play many of the notes that she composed or wanted to play. Let's give it a try on guitar or violin, piano. So that triggered me. I said, I must do something. And through many trials and error, this bamham came about. We started this band in the year 91, and we started as a rock band. Arla and I discussed that our Naga folk songs or music different from other traditional cultures of the world. So we thought we should incorporate our beautiful sounds into our modern rhythms. ਆਪਣੀ ਪਤਨੀ ਅਰੇਲਨਾ ਦੇ ਨਾਲ ਸੁਬੋਂਗ ਨਾਗਾਲੈਂਡ ਦੀ ਅਣਕਹੀ ਕਹਾਣੀਆਂ ਨੂੰ ਮਿੱਠੇ ਗੀਤਾਂ ਨਾਲ ਲੋਕਾਂ ਤੱਕ ਪਹੁੰਚਾਉਂਦੇ ਨੇ। ਉਹ 90 ਦੇ ਦਹਾਕੇ ਵਿੱਚ ਨਸ਼ੀਲੇ ਪਦਾਰਥਾਂ ਤੋਂ ਨੌਜਵਾਨਾਂ ਨੂੰ ਸੰਗੀਤ ਰਾਹੀਂ ਬਚਾਉਣ, HIV ਵਰਗੀ ਸਮਾਜਿਕ ਮੁਹਿੰਮ ਦੇ ਨਾਲ ਵੀ ਜੁੜੇ ਅਤੇ ਆਦੀਵਾਸੀ ਵਿਰਾਸਤ ਅਤੇ ਸੱਭਿਆਚਾਰ ਦੇ ਬਚਾਅ ਲਈ ਵੀ ਕੋਸ਼ਿਸ਼ 'ਚ ਲੱਗੇ ਹੋਏ ਨੇ। Moa Subong is my friend, old friend, and he is a hard-working person. He never give up to create music and playing music with his wife, and his whole family. They are the family band, and really now, what he's doing is now he want to change the music for the Northeast and especially our folk songs, and he create a music instrument also. Now
Northeast artists. They are so happy. We are proud of that. And they give a lot of encourage to the artists, because to the artists now on, they give big recognitions to the grassroots artists. ਨਾਗਾਲੈਂਡ ਲੋਕ ਕਥਾਵਾਂ ਦੀ ਭੂਮੀ ਹੈ, ਜਿੱਥੇ ਸੰਗੀਤ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਹੈ। ਵੱਖ-ਵੱਖ ਜਨਜਾਤੀਆਂ ਕੋਲ ਤਾਤੀ, ਠੇਕੂ, ਅਸੀਨ, ਜੰਜੀ ਵਰਗੇ ਪਾਰੰਪਰਿਕ ਵਾਦ ਯੰਤਰ ਨੇ, ਜਿਹੜੇ ਉਹਨਾਂ ਦੇ ਰੀਤੀ ਰਿਵਾਜ਼ਾਂ ਨੂੰ ਮਹੱਤਵ ਦਿੰਦੇ ਨੇ। ਇਸ ਤਰ੍ਹਾਂ ਬਦਲਦੇ ਸਮੇਂ ਦੇ ਨਾਲ ਨਵੇਂ ਦੌਰ ਦੇ ਆਧੁਨਿਕ ਰੌਕ ਸੰਗੀਤ ਦੇ ਨਾਲ ਪਰੰਪਰਾਗਤ ਨਾਗਾ ਸੰਗੀਤ ਦਾ ਫਿਊਜ਼ਨ ਕਰਕੇ ਲੋਕਾਂ ਨੂੰ ਨਾਗਾ ਸੱਭਿਆਚਾਰ ਵੱਲ ਆਕਰਸ਼ਿਤ ਕਰ ਰਹੇ ਨੇ ਮੋਆ ਸੁਬੋਂਗ। ਨਾਗਾਲੈਂਡ ਦੇ ਗਾਇਕ, ਸੰਗੀਤਕਾਰ ਅਤੇ ਇਨੋਵੇਟਰ ਮੋਆ ਸੁਬੋਂਗ ਨੂੰ ਪਦਮ ਸ਼੍ਰੀ ਪੁਰਸਕਾਰ ਲਈ ਹਾਰਦਿਕ ਵਧਾਈ। दस साल ਦੀ ਉਮਰ ਤੋਂ ਇਹਨਾਂ ਨੇ ਸਿੱਖਣਾ ਸ਼ੁਰੂ ਕੀਤਾ ਢੋਲਕੀ ਨੂੰ। ਉਸੇ ਤਰੀਕੇ ਨਾਲ ਹਰ ਵਾਦ ਯੰਤਰ ਦੀ ਆਪਣੀ ਖੂਬਸੂਰਤੀ ਹੁੰਦੀ ਹੈ ਅਤੇ ਜਿਹੜੇ ਇਸ ਵਾਦ ਯੰਤਰ ਨਾਲ ਜੁੜ ਜਾਂਦੇ ਨੇ, ਇਸ ਤਰ੍ਹਾਂ ਜੀਵਨ ਭਰ ਉਸ ਦਾ ਅਭਿਆਸ ਜਾਰੀ ਰੱਖਦੇ ਨੇ। ਜਿਸ ਤਰ੍ਹਾਂ ਕਰਨਾਟਕ ਦੇ ਮੁਨੀ ਵੈਂਕਟੱਪਾ, ਜਿਹੜੇ ਟਾਮਟੇ ਵਜਾਉਂਦੇ ਨੇ, ਅਤੇ ਟਾਮਟੇ ਵਾਦ ਯੰਤਰ ਜਿਹੜਾ ਉਹਨਾਂ ਨੇ ਬਚਪਨ ਤੋਂ ਵਜਾਉਣਾ ਸ਼ੁਰੂ ਕੀਤਾ ਤਾਂ ਲਗਭਗ 6 ਦਹਾਕਿਆਂ ਤੋਂ ਇਸ ਨੂੰ ਦੇਸ਼ ਵਿਦੇਸ਼ ਵਿੱਚ ਲੈ ਕੇ ਜਾ ਰਹੇ ਨੇ। ਇਸੇ ਲਈ ਤਾਂ ਹਾਸਲ ਕਰ ਰਹੇ ਨੇ ਪਦਮ ਸ਼੍ਰੀ ਦਾ ਸਨਮਾਨ। ਇਹ ਧੁਨ ਹੈ ਇੱਕ ਵਾਦ ਯੰਤਰ ਟਾਮਟੇ ਦੀ, ਇੱਕ ਤਰ੍ਹਾਂ ਦਾ ਹੱਥ ਨਾਲ ਵਜਾਇਆ ਜਾਣ ਵਾਲਾ ਡਰਮ, ਜਿਸ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਸਮਰਿੱਧੀ ਦਿਵਾਈ ਹੈ ਕਰਨਾਟਕ ਦੇ ਚਿੱਕਾਬਲਾਪੁਰਾ ਜ਼ਿਲ੍ਹੇ ਦੇ ਪਿੰਡੀ ਪਾਪਨਹੱਲੀ ਪਿੰਡ ਦੇ ਇੱਕ ਕਲਾਕਾਰ 77 ਵਰਿਆਂ ਦੇ ਮੁਨੀ ਵੈਂਕਟੱਪਾ ਨੇ, ਜਿਹੜੇ 60 ਸਾਲਾਂ ਤੋਂ ਇਸ ਵਾਦ ਯੰਤਰ ਦੀਆਂ ਧੁਨਾਂ ਨੂੰ ਲੋਕਾਂ ਅੱਗੇ ਪੇਸ਼ ਕਰ ਰਹੇ ਨੇ। ਆਪ ਸਿਰਫ ਚੌਥੀ ਜਮਾਤ ਤੱਕ ਪੜ੍ਹੇ ਨੇ, ਪਰ ਆਪਣੇ ਪਿਤਾ ਕੋਲੋਂ ਸਿੱਖੀ ਇਸ ਕਲਾ ਨੂੰ ਬੜੀ ਖੂਬੀ ਨਾਲ ਪੇਸ਼ ਕਰਦੇ ਨੇ। ਆਮ ਤੌਰ ਤੇ ਟਮਟੇ ਕਲਾਕਾਰ 5 ਤੋਂ 6 ਤਾਲ ਤੱਕ ਹੀ ਇਸਤੇਮਾਲ ਕਰਦੇ ਨੇ, ਪਰ ਮੁਨੀ ਵੈਂਕਟੱਪਾ 33 ਤੋਂ ਵੱਧ ਤਾਲ ਤੱਕ ਦਾ ਇਸਤੇਮਾਲ ਕਰਦੇ ਨੇ। ਇਸ ਵਿਰਾਸਤੀ ਵਾਦ ਯੰਤਰ 'ਚ ਨਵਾਚਾਰ ਦੇ ਅਨੋਖੇ ਰੰਗ ਪਿਰੋਂਦੇ ਨੇ। ನಮ್ಮ ತಂದೆ, ನಾನು 17 ವಯಸ್ಸಿಗೆ ಅವರು ತೀರ್ಕೊಂಡ್ರು. ನಮ್ಮ ತಂದೆಯವರು ತೀರ್ಕೊಂಡ್ರು ಅಂದರೆ ಹಿಂಗೆ ಊರುಗಳಲ್ಲಿ, ಹಳ್ಳಿಗಳಲ್ಲಿ, ಟೌನಲ್ಲಿ ಹೇಳ್ತಾಯಿದ್ರು, ಪಾಪಣ್ಣ ಹೋಗ್ಬಿಟ್ಟ, ಇನ್ನು ತಮಟೆ ಬಾರಿಸೋರು ಯಾರೂ ಇಲ್ಲ ಅಂತ ಹೇಳ್ಕೊಂಡು ಇದು ಮಾಡ್ತಾಯಿದ್ರು. ಆಮೇಲೆ ನಾನು ಕಲಿಬೇಕು ಅಂತ ಆಸೆ ಹುಟ್ಟಿತು. ಆಮೇಲೆ ನಾನು ಶುರು ಮಾಡಿದೆ. ಕಷ್ಟಗಳು, 8 ಆಣೆಗೆ ಹೋಗೋದು, 6 ಆಣೆ ಕೊಡೋರು, ಬರ್ತಾ ಬರ್ತಾ 1 ರೂಪಾಯಿ ಕೊಟ್ಟರು, ಹಿಂಗೆ ದೇವ್ರ ಉತ್ಸವ, ಪಲ್ಲಕ್ಕಿ ಇಂಥದ್ದು ಹೋಗ್ತಾಯಿದ್ದೆ. ಹಿಂಗೆ ಬಂದಮೇಲೆ ಹೋದ್ಮೇಲೆ ಹಿಂಗೆ ನಮಗೂ ಒಂದು ಕಲೆ ಮೈ ಅಂಟಿತು. ನಾನು ಕಲಾವಿದ ಆದೆ. ರಾಜ್ಯೋತ್ಸವ ಪ್ರಶಸ್ತಿ ಕೊಟ್ಟರು. ಯಾವಾಗ ಅಂದರೆ ಇಸ್ವಿ ಗೊತ್ತಿಲ್ಲ, ರಾಜ್ಯೋತ್ಸವ ಪ್ರಶಸ್ತಿ ಕೊಟ್ಟರು. ಆಮೇಲೆ ಇದು ಕೊಟ್ಟರು. ಆಮೇಲೆ 3 ವರ್ಷಕ್ಕೆ 4 ವರ್ಷಕ್ಕೆ ನಾಡೋಜ ಆಯಿತು. ನಾಡೋಜ ಪ್ರಶಸ್ತಿ ಹಂಪಿ ಯೂನಿವರ್ಸಿಟಿ. ಆಮೇಲೆ ಅಂತ ಇಂಥ ಪ್ರಶಸ್ತಿಗಳು ಅದು ಇದು ಕೊಟ್ಟರು. ಆಮೇಲೆ ಈಗ ಈ ಸಾಲಿನ ನಮಗೆ ಪದ್ಮಶ್ರೀ ಪ್ರಶಸ್ತಿಯನ್ನು ಕೊಟ್ಟು ನಮಗೆ ಒಂದು ಹೆಸರು ತಂದಿಕ್ಕಿದ್ದು. ਕਲਾ ਦੇ ਪ੍ਰਤੀ ਪ੍ਰੇਮ ਹੀ ਹੈ ਕਿ ਮੁਨੀ ਵੈਂਕਟੱਪਾ ਟਮਟੇ ਦੇ ਨਾਲ-ਨਾਲ ਤਾਸ਼ੇ, ਢੋਲੂ, ਲੋਕਵਾਦ ਯੰਤਰ ਵਜਾਉਣ 'ਚ ਵੀ ਮਾਹਿਰ ਨੇ। 13 ਕਲਾਕਾਰਾਂ ਦਾ ਗਰੁੱਪ ਬਣਾ ਕੇ ਇਸ ਨੂੰ ਮੇਲਿਆਂ, ਤਿਉਹਾਰਾਂ, ਸਪੈਸ਼ਲ ਪ੍ਰੋਗਰਾਮਾਂ 'ਚ ਜਦ ਪੇਸ਼ ਕਰਨ ਲੱਗੇ ਤਾਂ ਲੋਕਾਂ ਨੂੰ ਵੀ ਇਸ ਮਿੱਠੇ ਵਾਦ ਯੰਤਰ ਬਾਰੇ ਜਾਣਕਾਰੀ ਹੋਣ ਲੱਗੀ ਤੇ ਇਹ ਸਿਲਸਿਲਾ ਲਗਾਤਾਰ ਅੱਗੇ ਵਧਦਾ ਗਿਆ।
जिन लोगों ने सही मायने में ओवर द जनरेशंस और अपनी पूरी लाइफ में हमारी कंट्री को कंट्रीब्यूट किया है, उनको ऑनर करना पद्मा अवार्ड से, मुझे लगता है ये एक हमारे आर्ट और कल्चर की खास तौर पे बात करूं तो उसके लिए बहुत अच्छी चीज़ है। मुनि वेंकटप्पा जी को बहुत बहुत शुभकामनाएं देता हूं। उन्हें पद्मा पुरस्कार से नवाजा गया है और ये बहुत बड़ी बात है, उनका बहुत बड़ा कंट्रीब्यूशन है। 50 ईयर्स से ज़्यादा का उनका परफॉर्मेंस कैरियर रहा है, जिसमें उन्होंने इस इंस्ट्रूमेंट को बहुत फैलाया है, लोगों के बीच में लाया है, उसकी पॉपुलैरिटी में, उसके प्रमोशन में, प्रोपगेशन में उनका बहुत बड़ा हाथ है। ਟਮਟੇਵਾਦ ਯੰਤਰ ਦੱਖਣ ਭਾਰਤ ਦੇ ਸੂਬਿਆਂ ਵਿੱਚ ਵੱਧ ਪ੍ਰਚਲਿਤ ਹੈ। ਮੰਨਿਆ ਜਾਂਦਾ ਹੈ ਕਿ ਇਸ ਦੀ ਸ਼ੁਰੂਆਤ ਪੁਰਾਣੇ ਮੈਸੂਰ 'ਚ ਹੋਈ। ਹਾਲਾਂਕਿ ਇਹ ਵਾਦ ਯੰਤਰ ਪਹਿਲਾਂ ਸਿਰਫ ਅਨੁਸੂਚਿਤ ਜਾਤੀ ਵਾਲੇ ਹੀ ਵਜਾਉਂਦੇ ਸਨ, ਪਰ ਮੁਨੀ ਵੈਂਕਟੱਪਾ ਇਸ ਸੋਚ ਦੇ ਬਾਵਜੂਦ ਇਸ ਕਲਾ ਦਾ ਅਗਲੀ ਪੀੜ੍ਹੀ ਤੱਕ ਪ੍ਰਸਾਰ ਕਰਨ ਦੇ ਲਈ ਹੋਰ ਨੌਜਵਾਨਾਂ ਅਤੇ ਉੱਭਰਦੇ ਹੋਏ ਕਲਾਕਾਰਾਂ ਨੂੰ ਇਸ ਵਿੱਚ ਸਿਖਲਾਈ ਦਿੰਦੇ ਨੇ। ਮੁਨੀ ਵੈਂਕਟੱਪਾ ਨੇ ਵਿਦੇਸ਼ਾਂ ਵਿੱਚ ਜਾ ਕੇ ਵੀ ਇਸ ਕਲਾ ਨਾਲ ਲੋਕਾਂ ਨੂੰ ਰੂਬਰੂ ਕਰਵਾਇਆ ਅਤੇ ਪ੍ਰਸਿੱਧੀ ਪਾਈ। ਟਮਟੇਵਾਦਕ ਨਦੋਜਾ ਪਿੰਡੀ ਪਾਪਨਹੱਲੀ ਮੁਨੀ ਵੈਂਕਟੱਪਾ ਨੂੰ ਪਦਮ ਸ਼੍ਰੀ ਪੁਰਸਕਾਰ ਲਈ ਹਾਰਦਿਕ ਸ਼ੁਭਕਾਮਨਾਵਾਂ। ਇਸ ਤਰ੍ਹਾਂ ਦਾ ਮੰਚ ਕਿਸੇ ਵੀ ਕਲਾਕਾਰ ਲਈ ਇੱਕ ਕਰਮ ਭੂਮੀ ਹੁੰਦਾ ਹੈ ਅਤੇ ਜਿਹੜੀ ਮੇਰੇ ਪਿੱਛੇ ਦੀ ਦਰਸ਼ਕ ਗੈਲਰੀ ਤੁਸੀਂ ਦੇਖ ਰਹੇ ਹੋ, ਜਦ ਇਸ ਦਰਸ਼ਕ ਗੈਲਰੀ 'ਚ ਦਰਸ਼ਕਾਂ ਦੀਆਂ ਤਾੜੀਆਂ ਦੀ ਗੂੰਜ ਸੁਣਾਈ ਦਿੰਦੀ ਹੈ ਤਾਂ ਇਹ ਤਾੜੀਆਂ ਦੀ ਗੂੰਜ ਕਿਸੇ ਵੀ ਕਲਾਕਾਰ ਲਈ ਇੱਕ ਜੀਵਨ ਦੇਣ ਵਰਗੀ ਹੁੰਦੀ ਹੈ, ਕਿਉਂਕਿ ਇਹਨਾਂ ਤਾੜੀਆਂ ਦੀ ਗੂੰਜ ਦੇ ਸਹਾਰੇ ਹੀ ਤਾਂ ਕੋਈ ਕਲਾਕਾਰ ਦਹਾਕਿਆਂ ਤੱਕ ਕਿਸੇ ਇੱਕ ਕਲਾ ਦਾ ਦਾਮਨ ਫੜ ਕੇ ਰੱਖਦਾ ਹੈ। ਇਸ ਤਰ੍ਹਾਂ ਦੇ ਹੀ ਤਾਂ ਨੇ ਡੋਮਾਰ ਸਿੰਘ ਕੁੰਵਰ। ਛੱਤੀਸਗੜ੍ਹ ਦੇ ਨਾਚਾ ਨਾਟ ਕਲਾ ਨੂੰ ਪਿਛਲੇ 47 ਵਰਿਆਂ ਤੋਂ ਜੀਵਿਤ ਰੱਖਿਆ ਹੋਇਆ ਹੈ। ਇਹ ਹੀ ਨਹੀਂ ਬਲਕਿ ਉਹਨਾਂ ਨੇ 47 ਵਰਿਆਂ ਵਿੱਚ 2 ਪਾਤਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਜੀਵਿਤ ਕਰਕੇ ਰੱਖਿਆ ਹੋਇਆ ਹੈ ਅਤੇ ਅੱਜ ਉਹ ਵੀ ਇਸ ਕਲਾ ਨੂੰ ਨਾ ਸਿਰਫ ਛੱਤੀਸਗੜ੍ਹ ਬਲਕਿ ਦੇਸ਼ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ 'ਚ ਲੈ ਕੇ ਗਏ ਨੇ ਅਤੇ ਅੱਜ ਵੀ ਉਹਨਾਂ ਵਿੱਚ ਇਸ ਰੰਗ ਮੰਚ ਨਾਚਾ ਨਾਟ ਕਲਾ ਦਾ ਜਜ਼ਬਾ ਘੱਟ ਨਹੀਂ ਹੋਇਆ। ਛੱਤੀਸਗੜ੍ਹ ਦੀ ਅਲੋਪ ਹੁੰਦੀ ਨਾਚਾ ਨਾਟ ਕਲਾ। ਇਸ ਨਾਲ ਜੁੜੇ ਦਿੱਗਜ ਕਲਾਕਾਰ ਨੇ ਬਾਲੋਦ ਜ਼ਿਲ੍ਹੇ ਦੇ ਗ੍ਰਾਮ ਲਾਟਾਬੋੜ ਦੇ ਰਹਿਣ ਵਾਲੇ ਡੋਮਾਰ ਸਿੰਘ ਕੁੰਵਰ, ਜਿਹੜੇ 12 ਸਾਲ ਦੀ ਉਮਰ ਤੋਂ ਇਸ ਕਲਾ ਨਾਲ ਜੁੜੇ ਨੇ। ਜੈ ਜਵਾਨ ਜੈ ਕਿਸਾਨ ਅਤੇ 5 ਦਹਾਕਿਆਂ ਤੋਂ ਨਾਚਾ ਕਲਾ ਦਾ ਮੰਚਾਂ ਤੇ ਪ੍ਰਦਰਸ਼ਨ ਕਰਦੇ ਆ ਰਹੇ ਨੇ। ਮੈਂ ਸਿੱਖ ਗਿਆ ਯਾਰ यहाँ का रोड दादा 47 ਸਾਲਾਂ ਤੋਂ ਪਰੀ ਵਡਾਕੂ ਸੁਲਤਾਨ ਦੀ ਭੂਮਿਕਾ ਨਿਭਾ ਕੇ ਜੀਵਿਤ ਰੱਖਣ ਲਈ ਕੋਸ਼ਿਸ਼ 'ਚ ਨੇ। ਇਹਨਾਂ ਨੇ 5000 ਤੋਂ ਵੀ ਵੱਧ ਸ਼ੋਅ ਕੀਤੇ ਨੇ, ਜਿਸ ਵਿੱਚ ਇਸ ਕਲਾ ਦਾ ਪ੍ਰਦਰਸ਼ਨ ਕੀਤਾ। मेरे पिताजी भी, मेरे दादाजी भी, मेरा खानदान चला आ रहा है, तो उनसे मैं सुना, देखा, सीखा और ये मूल है सब विधाओं का, क्योंकि उस समय, अब मेरे ज़माने में भी, मेरे पिताजी के ज़माने में भी एक सिर्फ नाच ही होता था मनोरंजन का साधन। मुझे लोग पहचानते हैं, इतना पहचानते हैं कि मेरे आवाज़ को भी जानते हैं। वो एक सुल्ताना डाकू का मैं रोल करता हूँ, वो जवानी से करते आ रहा हूँ अभी तक, और मुझे मेरा नाम से ज़्यादा नहीं बुलाते, सुल्ताना जी करके भी बुलाते। 74 ਸਾਲਾ ਡੋਮਾਰ ਸਿੰਘ ਕੁੰਵਰ ਨੇ ਨਾਚਾ ਗੰਬਦ ਨੂੰ ਨਾ ਸਿਰਫ ਜੀਵਿਆ ਬਲਕਿ ਕਈ ਮੰਚਾਂ ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। हम भी देखेंगे उधर उधर ਹੁਣ ਉਹ ਨਾਚਾ ਗੰਬਦ ਦੀ ਅਨੋਖੀ ਵਿਰਾਸਤ ਨੂੰ ਕਾਰਜਸ਼ਾਲਾਵਾਂ ਆਯੋਜਿਤ ਕਰਕੇ ਬੱਚਿਆਂ ਨੂੰ ਸਿਖਾ ਕੇ ਇਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਦੇ ਨਾਲ ਹੀ ਉਹ 150 ਤੋਂ ਵੱਧ ਪ੍ਰੇਰਨਾਦਾਇਕ ਲੋਕ ਗੀਤ, ਵਾਤਾਵਰਣ, ਨਸ਼ਾ ਮੁਕਤੀ, ਕੋੜ ਦੀ ਬਿਮਾਰੀ ਨੂੰ ਰੋਕਣ ਬਾਰੇ ਗੀਤ ਵੀ ਲਿਖ ਚੁੱਕੇ ਨੇ। मुझे बहुत खुशी हुई है, और मुझे ही नहीं, मेरे जितने शागिर्द हैं, मुझसे जुड़े हुए कलाकार हैं, ऐसा लगता है कि ये पुरस्कार जो है सबको मिल गया है। नाचा नाट्य ये एक ऐसी कला है
जो छोटे कस्बों में जाकर अपनी कला के द्वारा लोगों को जागरूक करते हैं। और ऐसे लोग, डोमार सिंह कुंवर, पहले तो आपको बहुत बहुत धन्यवाद और शुभकामनाएं जो आप इतने बरसों से ये सेवाएं करते हैं। सच्चे तो मैं ये कहती हूँ कि हमारे हिंदुस्तान के ये जो कलाकार है सब, यही तो हमारी उन्नति कर रहे हैं कला के क्षेत्र में। ਨਾਚਾ ਛੱਤੀਸਗੜ੍ਹ ਦੀ ਇੱਕ ਹਰਮਨ ਪਿਆਰੀ ਨਾਟ ਕਲਾ ਸ਼ੈਲੀ ਹੈ। ਨਾਚਾ 'ਚ ਕਲਾਕਾਰ ਦੇ ਚਿਹਰੇ ਦੀਆਂ ਭਾਵਨਾਵਾਂ ਨੂੰ ਮਹੱਤਵ ਦਿੱਤਾ ਜਾਂਦਾ ਹੈ ਅਤੇ ਇਸ ਵਿੱਚ ਹਾਸ ਕਲਾ ਅਹਿਮ ਹੈ। मंतर ला मने कैसे पता लगाना चाहिए सच है कि झूठ है। ਨਾਚਾ ਨਾਟ ਕਲਾ ਦੇ ਦਿੱਗਜ ਕਲਾਕਾਰ ਡੋਮਾਰ ਸਿੰਘ ਕੁੰਵਰ ਨੂੰ ਪਦਮ ਸ਼੍ਰੀ ਪੁਰਸਕਾਰ ਲਈ ਹਾਰਦਿਕ ਵਧਾਈ। ਕਿਸੇ ਵੀ ਕਲਾ ਦੇ ਦੋ ਪਹਿਲੂ ਹੁੰਦੇ ਨੇ, ਇੱਕ ਆਰਥਿਕ ਯਾਨੀ ਪੈਸੇ ਕਮਾਉਣਾ ਤੇ ਦੂਜਾ ਸਮਾਜਿਕ ਯਾਨੀ ਲੋਕ ਜਾਗ੍ਰਿਤੀ ਦਾ ਮਾਧਿਅਮ ਬਣਨਾ। ਅਤੇ ਜਦੋਂ ਇਹ ਦੋਵੇਂ ਪਹਿਲੂ ਇੱਕ ਹੋ ਜਾਂਦੇ ਨੇ ਤਾਂ ਫਿਰ ਕਲਾਕਾਰ ਨੂੰ ਮਿਲਦਾ ਹੈ ਲੋਕਾਂ ਦਾ ਭਰਪੂਰ ਪਿਆਰ ਤੇ ਸਨਮਾਨ। ਮਹਾਰਾਸ਼ਟਰ ਦਾ ਗੜਚਿਰੋਲੀ ਜ਼ਿਲ੍ਹਾ ਬਹੁਤ ਮਸ਼ਹੂਰ ਹੈ ਨਕਸਲਵਾਦ ਦੇ ਕਾਰਨ। ਇੱਥੋਂ ਦੇ ਝਾੜੀ ਪੱਟੀ ਰੰਗਮੰਚ ਦੇ ਕਲਾਕਾਰ ਪਰਸ਼ੁਰਾਮ ਖੁਣੇ ਪਿਛਲੇ ਕਈ ਦਹਾਕਿਆਂ ਤੋਂ ਇਸ ਝਾੜੀ ਪੱਟੀ ਰੰਗਮੰਚ ਨੂੰ ਅਧਿਕਾਰਿਤ ਲੋਕ ਜਾਗ੍ਰਿਤੀ ਦਾ ਮਾਧਿਅਮ ਤਾਂ ਬਣਾ ਹੀ ਰਹੇ ਨੇ, ਪਰ ਨਾਲ ਦੇ ਨਾਲ ਨਕਸਲਵਾਦ ਤੋਂ ਪ੍ਰਭਾਵਿਤ ਜਿਹੜੇ ਨੌਜਵਾਨ ਨੇ ਉਹਨਾਂ ਦੀ ਜ਼ਿੰਦਗੀ ਬਦਲਣ ਲਈ ਵੀ ਇਸੇ ਨੂੰ ਅੱਗੇ ਲਿਆ ਰਹੇ ਨੇ ਅਤੇ ਸਫਲਤਾ ਵੀ ਹਾਸਲ ਕਰ ਰਹੇ ਨੇ। ਇਸੇ ਲਈ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਵਿਦਰਭ ਦਾ ਦਾਦਾ ਕੋਂਡਕੇ। ਮਹਾਰਾਸ਼ਟਰ ਦੇ ਨਕਸਲ ਪ੍ਰਭਾਵਿਤ ਖੇਤਰ ਗੜਚਿਰੋਲੀ ਦੇ ਝਾੜੀ ਪੱਟੀ ਰੰਗ ਭੂਮੀ ਕਲਾਕਾਰ ਪਰਸ਼ੁਰਾਮ ਕੋਮਾਜੀ ਖੁਣੇ ਆਪਣੇ ਕੰਮਾਂ ਦੀ ਲੋਕਪ੍ਰਿਯਤਾ ਦੇ ਚਲਦਿਆਂ ਵਿਦਰਭ ਦੇ ਦਾਦਾ ਕੋਂਡਕੇ ਦੇ ਨਾਂ ਨਾਲ ਜਾਣੇ ਜਾਂਦੇ ਨੇ। 70 ਵਰਿਆਂ ਦੇ ਪਰਸ਼ੁਰਾਮ ਖੁਣੇ ਨੇ ਆਪਣੇ ਜੀਵਨ ਵਿੱਚ 5000 ਤੋਂ ਵੱਧ ਨਾਟਕਾਂ 'ਚ ਹਿੱਸਾ ਲਿਆ, ਜਿਨ੍ਹਾਂ ਵਿੱਚ ਉਹਨਾਂ ਨੇ 800 ਤੋਂ ਵੱਧ ਕਿਰਦਾਰ ਨਿਭਾਏ। ਪਰ ਇਹ ਬਿਹਤਰੀਨ ਕਲਾਕਾਰ ਇਸ ਕਲਾ ਦੇ ਮਾਧਿਅਮ ਰਾਹੀਂ ਸਮਾਜ ਸੁਧਾਰ ਦੇ ਟੀਚੇ ਨੂੰ ਵੀ ਪੂਰਾ ਕਰ ਰਹੇ ਨੇ। ਖੁਣੇ ਝਾੜੀ ਪੱਟੀ ਰੰਗਮੰਚ ਨੂੰ ਮਾਧਿਅਮ ਬਣਾ ਕੇ ਨਕਸਲੀਆਂ ਦੇ ਬਹਿਕਾਵੇ ਵਿੱਚ ਆ ਚੁੱਕੇ ਕਈ ਨੌਜਵਾਨਾਂ ਨੂੰ ਸਹੀ ਰਸਤਾ ਦਿਖਾ ਚੁੱਕੇ ਨੇ। ਉਹ ਨਕਸਲ ਪ੍ਰਭਾਵਿਤ ਖੇਤਰ ਵਿੱਚ ਨੌਜਵਾਨਾਂ ਦੇ ਮੁੜ ਵਸੇਬੇ ਲਈ ਵੀ ਕੰਮ ਕਰਦੇ ਨੇ ਅਤੇ ਸਮਾਜ ਦੇ ਅੰਦਰ ਮੌਜੂਦ ਨਸ਼ਾ ਮੁਕਤੀ, ਅੰਧ ਵਿਸ਼ਵਾਸ ਵਰਗੀਆਂ ਕਈ ਬੁਰਾਈਆਂ ਦੇ ਨਾਲ-ਨਾਲ ਸਵੱਛਤਾ ਵਰਗੇ ਸਮਾਜਿਕ ਵਿਸ਼ਿਆਂ ਤੇ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਰੰਗਮੰਚ ਦਾ ਇਸਤੇਮਾਲ ਕਰਦੇ ਨੇ। झाड़ी पट्टी रंगभूमि का मतलब ये है कि ये जो एरिया है ये पूरा जंगल से प्रभावित है, जहाँ से जिसे मराठी में झाड़ बोलते हैं, और छोटे झाड़ बड़े झाड़, और पूरा हरा भरा ये परिसर है। 3-4 जिले में गढ़चिरौली, भंडारा, चंद्रपुर, तो इसमें पूरे हर गांव में 2-2 किलोमीटर देहात बसे हैं और हर गांव में नाटक होते हैं। मेरे खानदान में मेरे पंजोबा आजोबा थे, वो नाटक खेलते थे। मेरे पिताजी कोमाजी पटेल खुने वो भी नाटक करते थे। मेरे भाई जीवन पटेल वो भी नाटक खेलते। मैं छोटा था उस वक्त। उसके बाद में जो अपने प्राइमरी पढ़ाई के लिए जब मैं अपने मामू के यहाँ गया, बालाजी पटेल पुरकर, वहाँ भी पूरा नाट्यमय क्षेत्र है उनके घर में, तो उसमें मैं एक बाल कलाकार करके वहाँ से जुड़ा था। और बाद में जब कॉलेज में गया तो वहाँ भी मेरे को डॉक्टर रामचंद्र ढोबड़े मिले, मधु जोशी मिले, सुमन कुमार गडेकर मिले, वहाँ भी मैंने नाटक किया। और वहाँ से मेरा ये जो पूरा नाट्य जो प्रवास है वहाँ से मेरा अभी तक चालू है। तो उसमें जो जन जागृति इस माध्यम से बहुत नाटक ऐसा है कि जिससे आत्महत्या करना भी कितना पाप है, नहीं करना चाहिए। तो ये जो प्रभाव माध्यम से हमने बहुत नाटक किए, जिसका प्रभाव किसान पर हुआ, मजदूर पर हुआ, और इसे एक समाज जागृति की एक अलग पहचान आ गई। ਪਰਸ਼ੁਰਾਮ ਖੁਣੇ ਨੇ ਗੁਰਨੋਲੀ ਗ੍ਰਾਮ ਪੰਚਾਇਤ ਦੇ ਸਰਪੰਚ ਦੇ ਰੂਪ ਵਿੱਚ ਅੰਧ ਵਿਸ਼ਵਾਸ ਦੇ ਖਿਲਾਫ ਮੁਹਿੰਮ ਚਲਾਈ। ਇੱਕ ਸਰਪੰਚ ਦੇ ਰੂਪ ਵਿੱਚ ਉਹਨਾਂ ਨੇ ਵਿਕਾਸ ਦੀਆਂ ਕਈ ਨਵੀਆਂ ਪਹਿਲਾਂ ਕੀਤੀਆਂ ਅਤੇ ਮਹਾਰਾਸ਼ਟਰ ਸਰਕਾਰ ਵੱਲੋਂ ਖੇਤੀਬਾੜੀ ਵਿੱਚ ਉਹਨਾਂ ਦੇ ਯੋਗਦਾਨ ਲਈ ਉਹਨਾਂ ਨੂੰ ਸ਼ੇਤਨਿਸ਼ਠ ਸ਼ੇਤਕਾਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। परशुराम कोमाजी खुने झाड़ी पट्टी, ये महाराष्ट्र की एक कला है। उस कला के द्वारा उन्होंने बरसों से क्षेत्र की और खुद थिएटर करके सेवा की है। मैं चाहती हूँ कि हमारा हिंदुस्तान ऐसी कलाओं से जागृत हो। ये तो कला ऐसी है कि ज्ञान के साथ उनको अवेयरनेस भी आती है, जैसे साफ सफाई, उसमें वो कुछ भी भवई जैसा फॉर्म होता है वैसा ये फॉर्म लाते हैं।
ਝਾੜੀ ਪੱਟੀ ਇੱਕ ਲੋਕ ਨਾਟਕ ਸ਼ੈਲੀ ਹੈ ਜਿਹੜੀ ਵਿਦਰਭ ਰਾਜ ਦੇ ਪੂਰਬੀ ਹਿੱਸੇ ਦੇ ਜ਼ਿਲ੍ਹਿਆਂ ਚੰਦਰਪੁਰ, ਗੜਚਿਰੌਲੀ, ਗੋਦੀਆ ਅਤੇ ਭੰਡਾਰਾ 'ਚ ਕੀਤਾ ਜਾਂਦਾ ਹੈ। ਝੋਨੇ ਦੀ ਫਸਲ ਜਦੋਂ ਕੱਟੀ ਜਾਂਦੀ ਹੈ ਉਸ ਸਮੇਂ ਇਹਨਾਂ ਨਾਟਕਾਂ ਦਾ ਮੰਚਨ ਕੀਤਾ ਜਾਂਦਾ ਹੈ। ਝਾੜੀ ਪੱਟੀ ਰੰਗ ਭੂਮੀ ਕਲਾਕਾਰ ਪਰਸ਼ੁਰਾਮ ਕੋਮਾਜੀ ਖੁਣੇ ਨੂੰ ਪਦਮ ਸ਼੍ਰੀ ਪੁਰਸਕਾਰ ਲਈ ਹਾਰਦਿਕ ਵਧਾਈ। ਕੋਈ ਵੀ ਕੰਮ ਆਸਾਨ ਨਹੀਂ ਹੁੰਦਾ ਅਤੇ ਹਰ ਕੰਮ ਦੇ ਲਈ ਚਾਹੇ ਉਹ ਛੋਟਾ ਹੋਵੇ ਜਾਂ ਵੱਡਾ ਲਗਨ ਦੀ, ਜਨੂਨ ਦੀ, ਨਿਰੰਤਰਤਾ ਦੀ ਜ਼ਰੂਰਤ ਹੁੰਦੀ ਹੈ। ਕੁਝ ਇਸ ਤਰ੍ਹਾਂ ਦੀ ਕੋਸ਼ਿਸ਼ ਚਾਹੀਦੀ ਹੁੰਦੀ ਹੈ ਤਾਂ ਜੋ ਉਸ ਕੰਮ ਦੇ ਮਾਧਿਅਮ ਰਾਹੀਂ ਤੁਸੀਂ ਲੋਕਾਂ ਤੱਕ ਜੁੜ ਸਕੋ ਅਤੇ ਸਾਡੀਆਂ ਪਦਮ ਸ਼੍ਰੀ ਪੁਰਸਕਾਰ ਹਾਸਲ ਕਰਨ ਵਾਲੀਆਂ ਸ਼ਖਸੀਅਤਾਂ ਇਸੇ ਤਰੀਕੇ ਦੀਆਂ ਕੋਸ਼ਿਸ਼ਾਂ ਤੇ ਜ਼ੋਰ ਦੇ ਰਹੀਆਂ ਨੇ ਅਤੇ ਸਾਡੇ ਸਾਰਿਆਂ ਦੇ ਸਾਹਮਣੇ ਬਣ ਰਹੀਆਂ ਨੇ ਇੱਕ ਉਦਾਹਰਨ ਅਤੇ ਇਸ ਲਈ ਤਾਂ ਦੇਸ਼ ਕਰ ਰਿਹਾ ਹੈ ਇਹਨਾਂ ਨੂੰ ਸਲਾਮ। ਇਹ ਨੇ ਸਾਡੇ ਪਦਮ ਪ੍ਰੋਗਰਾਮ ਦੇ ਇਸ ਅੰਕ ਵਿੱਚ ਅੱਜ ਬਸ ਇੰਨਾ ਹੀ, ਪਰ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਫਿਲਹਾਲ ਸਾਡੀ ਪੂਰੀ ਟੀਮ ਨੂੰ ਦਿਓ ਇਜਾਜ਼ਤ। ਨਮਸਕਾਰ।